प्रोग्राम मेरा पिंड मेरे खेत विख रहे सारे दर्शकों का बहुत बहुत स्वागत। सो दोस्तों, जिवें कि तुसीं जाणदे हो कि असी इस प्रोग्राम के तहत ਵੱਖੋ ਵੱਖਰੇ शहरों के विच जांदे हां ते उत्थे स्वै सहायता समूह दे नाल जिहड़ी आ गलबात करदे हां। ਅੱਜ ਅਸੀਂ ਪਹੁੰਚੇ ਹਾਂ ਜੀ ਹੁਸ਼ਿਆਰਪੁਰ ਜ਼ਿਲ੍ਹਾ ਦੇ ਵਿੱਚ ਪਿੰਡ ਨਾਰਾ ਵਿਖੇ, ਜਿੱਥੇ ਦਾ ਸਵੈ ਸਹਾਇਤਾ ਸਮੂਹ ਜਿਹੜਾ ਆ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਉਹਨਾਂ ਦੇ ਕੰਮਕਾਜ ਦੇ ਬਾਰੇ ਦੇ ਵਿੱਚ, ਤੇ ਇੱਥੋਂ ਦੀਆਂ ਸੁਆਣੀਆਂ ਜਿਹੜੀਆਂ ਆ ਉਹ ਇਸ ਸਮੂਹ ਨੂੰ ਕਿਵੇਂ ਚਲਾ ਰਹੀਆਂ ਨੇ ਤੇ ਕਿਵੇਂ ਜਿਹੜਾ ਆ ਉਹ ਆਪਣਾ ਇਸ ਸਮੂਹ ਦੇ ਰਾਹੀਂ ਆਪਣਾ ਰੁਜ਼ਗਾਰ ਜਿਹੜਾ ਆ ਉਹ ਉਹਦੇ ਵਿੱਚ ਵਾਧਾ ਕਰਦੀਆਂ ਨੇ। ਆਓ ਫਿਰ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। इस प्रोग्राम के तहत मेरा पिंड मेरे खेत ਦੇ ਵਿੱਚ ਅੱਜ ਅਸੀਂ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਅਸੀਂ ਹੁਸ਼ਿਆਰਪੁਰ ਦੇ ਵਿੱਚ ਪਹੁੰਚੇ ਹਾਂ। ਪਿੰਡ ਨਾਰਾ ਦੇ ਵਿੱਚ ਮੈਡਮ ਹਰਭਜਨ ਕੌਰ ਜੀ ਜੋ ਸਵੈ ਸਹਾਇਤਾ ਸਮੂਹ ਦੇ ਮੁੱਖ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਮੈਡਮ, ਬਹੁਤ ਬਹੁਤ ਸਵਾਗਤ ਜੀ ਤੁਹਾਡਾ। ਅਸੀਂ ਇਸ ਕੰਮ ਬਾਰੇ ਜਾਣਦੇ ਨਹੀਂ ਸੀ, ਜਦ ਕਿ ਸਾਨੂੰ ਰਜਿੰਦਰ ਮੈਡਮ ਨੂੰ ਕੋਈ ਜੈਂਟਸ ਨਾਲ ਇਹਨਾਂ ਨੇ ਗੱਲ ਕੀਤੀ, ਫਿਰ ਸਾਨੂੰ ਇਹਨਾਂ ਨੇ ਬੁਲਾਇਆ, ਅਸੀਂ ਆਪਣਾ ਗਰੁੱਪ ਚਾਲੂ ਕੀਤਾ। ਤੇ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਜਿਹੜਾ ਇਹ ਸਵੈ ਸਹਾਇਤਾ ਸਮੂਹ ਆ ਇਹ ਕਿੰਨੇ ਸਮੇਂ ਤੋਂ ਜਿਹੜਾ ਉਹ ਚੱਲ ਰਿਹਾ ਆ? ਮੈਡਮ ਜੀ, ਇਹ ਸਾਡਾ ਸਮੂਹ 5 ਸਾਲ ਤੋਂ ਪਹਿਲਾਂ ਵੀ ਸਾਡਾ ਚੱਲ ਰਿਹਾ ਸੀਗਾ, ਹੁਣ 5 ਸਾਲ ਤੋਂ ਸਾਡਾ ਚੱਲ ਰਿਹਾ ਹੈ। ਜਦੋਂ ਕਿ ਆਪਾਂ ਕਰੋਨਾ ਸੀਗਾ ਉਦੋਂ 10,000 ਮਾਸਕ ਸੀਤੇ, ਠੀਕ ਆ। ਇਸ ਤੋਂ ਬਾਅਦ ਅਸੀਂ ਬੈਗ, ਮੈਡਮ ਨੇ ਸਾਨੂੰ ਟ੍ਰੇਨਿੰਗਾਂ ਦਿੱਤੀਆਂ, ਸਰਫ ਦੀ ਟ੍ਰੇਨਿੰਗ ਔਰ ਕੱਪੜਿਆਂ ਦੀਆਂ ਟ੍ਰੇਨਿੰਗਾਂ, ਬੈਗਾਂ ਦੀਆਂ ਟ੍ਰੇਨਿੰਗਾਂ, ਹੁਣ ਸਾਨੂੰ ਉਹਨਾਂ ਨੇ ਝੋਲਿਆਂ ਦੀਆਂ ਟ੍ਰੇਨਿੰਗਾਂ, ਔਰ ਅਸੀਂ ਆਪਣੇ ਰਬੜ ਬੈਂਡ ਵੀ ਬਣਾ ਰਹੇ ਹਾਂ। ਜਿਹੜੇ ਅਸੀਂ ਸੂਟ ਸੀਂਦੇ ਸੀ ਨਾ, ਉਹਨਾਂ ਦੇ ਕੱਪੜੇ ਬਚੇ ਹੋਏ ਅਸੀਂ ਬੇਕਾਰ ਅੱਗੇ ਸੁੱਟ ਦਈਦੇ ਸੀ, ਉਹ ਹੁਣ ਅਸੀਂ ਬੇਕਾਰ ਨਹੀਂ ਸੁੱਟ ਰਹੇ, ਅਸੀਂ ਆਪਣੇ ਰਬੜ ਬੈਂਡ ਬਣਾ ਰਹੇ ਹਾਂ। ਅਸੀਂ 10 ਬੀਬੀਆਂ ਰਲ ਕੇ ਸਾਰਾ ਹੀ ਕੰਮ ਕਰ ਰਹੀਆਂ ਹਾਂ। ਜੇਕਰ ਗੱਲ ਅਸੀਂ ਸਮੂਹ ਦੀ ਕਰੀਏ ਕਿ ਸਵੈ ਸਹਾਇਤਾ ਸਮੂਹ, ਇਹ ਜਿਹੜਾ ਸਵੈ ਸਹਾਇਤਾ ਸਮੂਹ ਆ ਇਹਦੇ ਵਿੱਚ ਕਿੰਨੇ ਮੈਂਬਰ ਜਿਹੜੇ ਆ ਘੱਟ ਤੋਂ ਘੱਟ ਪਹਿਲਾਂ ਸ਼ੁਰੂ ਹੁੰਦੇ ਆ ਤੇ ਕਿੱਥੋਂ ਤੱਕ ਜਿਹੜਾ ਮੈਂਬਰਾਂ ਦੀ ਗਿਣਤੀ ਜਿਹੜੀ ਉਹ ਵੱਧ ਸਕਦੀ ਆ? ਮਤਲਬ ਅਸੀਂ 5 ਮੈਂਬਰਾਂ ਤੋਂ ਸ਼ੁਰੂ ਕਰਕੇ ਅਸੀਂ 20 ਮੈਂਬਰਾਂ ਤੱਕ ਵੀ ਕਰ ਸਕਦੇ ਹਾਂ। ਹਾਂਜੀ ਹਾਂਜੀ। ਤੇ ਜਦੋਂ 20 ਮੈਂਬਰ ਹੋ ਜਾਂਦੇ ਆ, ਉਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਜਿਹੜਾ ਵੱਖੋ ਵੱਖਰਾ ਉਹਨਾਂ ਦਾ ਘਰੇਲੂ ਹੁਨਰ ਜਿਹੜਾ ਅਸੀਂ ਕਹਿ ਲਈਏ ਕਿ ਸਿਲਾਈ ਦਾ, ਕਢਾਈ ਦਾ ਆ, ਤੇ ਤੁਹਾਡਾ ਜਿਹੜਾ ਆਪਣਾ ਸਮੂਹ ਆ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਹੈ ਕਿ ਤੁਸੀਂ ਸਿਲਾਈ ਨੂੰ ਮੁੱਖ ਰੱਖ ਕੇ ਕਰਦੇ ਆ, ਤੇ ਉਹਦੀ ਜਿਹੜੀ ਸ਼ੁਰੂਆਤ ਆ ਉਹ ਤੁਸੀਂ ਕਿਵੇਂ ਕਰਦੇ ਆ? ਜਿੱਦਾਂ ਜੇਕਰ ਅਸੀਂ ਆਰਥਿਕਤਾ ਦੀ ਗੱਲ ਕਰੀਏ ਤਾਂ ਉਹ ਕਿੱਦਾਂ ਸਾਰਾ ਜਿਹੜਾ ਉਹਦਾ ਪ੍ਰਬੰਧ ਤੁਸੀਂ ਕਰਦੇ ਆ? ਅਸੀਂ ਮਤਲਬ ਮੈਂਬਰ ਇਕੱਠੇ ਹੋ ਕੇ ਨਾ ਇੱਥੇ ਹੀ ਜੰਝ ਘਰ ਵਿੱਚ, ਜਿਹਦਾ ਟਾਈਮ ਨਹੀਂ ਹੁੰਦਾ ਉਹ ਆਪਣੇ ਘਰ ਲੈ ਜਾਂਦੇ, ਜਿੱਦਾਂ ਕਿ ਬੈਗ ਸੀਨੇ ਹੋਣ। ਜਿਨ੍ਹਾਂ ਦਾ ਟਾਈਮ ਹੈਗਾ ਆਪਾਂ ਜੰਝ ਘਰ ਵਿੱਚ ਇੱਥੇ ਬਹਿ ਕੇ ਹੀ ਸੀ ਲੈਂਦੇ ਹਾਂ। ਜਿਵੇਂ ਕਿ ਤੁਸੀਂ ਦੱਸਿਆ ਕਿ ਔਰਤਾਂ ਜਿਹੜੀਆਂ ਆ ਉਹ ਘਰ ਸਭ ਕੁਝ ਲੈ ਜਾਂਦੀਆਂ ਤੇ ਉੱਥੇ ਜਾ ਕੇ ਬਣਾ ਲੈਂਦੀਆਂ। ਜੇਕਰ ਅਸੀਂ ਗੱਲ ਕਰੀਏ ਕਿ ਅਸੀਂ ਕਹਿੰਦੇ ਆ ਕਿ ਘਰਦਿਆਂ ਕੰਮਾਂ 'ਚੋਂ ਵੇਲ ਨਹੀਂ ਲੱਗਦਾ ਤੇ ਉਹਨਾਂ ਦੇ ਵਿੱਚੋਂ ਅਸੀਂ ਵਕਤ ਕੱਢ ਕੇ ਇਹ ਜਿਹੜੀਆਂ ਚੀਜ਼ਾਂ ਕਰਦੇ ਆ, ਮੈਂ ਤੁਹਾਨੂੰ ਪੁੱਛਦੀ ਆ ਕਿ ਜਦੋਂ ਇਹ ਜਿਹੜੀਆਂ ਚੀਜ਼ਾਂ ਆ ਇਹਨਾਂ ਦੇ ਲਈ ਜਿਹੜਾ ਪੈਸਾ ਆ, ਜਿਹੜਾ ਖਰਚ ਆ, ਉਹ ਕਿਵੇਂ ਤੁਸੀਂ ਜਿਹੜਾ ਉਹ ਸਾਰੇ ਕਿਵੇਂ ਇਕੱਠਾ ਕਰਦੇ ਹੋ, ਜਾਂ ਕਿਵੇਂ ਜਿਹੜਾ ਆ ਇਹ ਸਮਾਨ ਦੀ ਖਰੀਦਦਾਰੀ ਕਰਕੇ ਤੇ ਫਿਰ ਇਹਨੂੰ ਤਿਆਰ ਕਰਕੇ ਵੇਚਦੇ ਹੋ? ਅਸੀਂ ਜਿੰਨੀਆਂ ਸਵਾਣੀਆਂ ਆ 100 ਰੁਪਏ ਇਕੱਠਾ ਕਰੀਦਾ ਆ। ਇਕੱਠਾ ਕਰਕੇ ਜਦੋਂ ਸਾਡੀ ਪੂੰਜੀ 6 ਮਹੀਨਿਆਂ ਦੀ ਹੋ ਜਾਵੇ, ਫਿਰ ਅਸੀਂ ਪਹਿਲਾਂ ਤਾਂ ਆਪਾਂ ਵਣ ਮੰਡਲ ਵਾਲਿਆਂ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ। ਉਹਨਾਂ ਨੇ ਸਾਡੀ ਬਹੁਤ ਹੀ ਜ਼ਿਆਦਾ ਹੈਲਪ ਕਰਦੇ ਆ ਰਹੇ ਆ ਤਾਂ ਕਰਦੇ ਰਹਿਣਗੇ। ਉਹਨਾਂ ਦੇ ਸਹਾਰੇ ਹੀ ਸਾਡਾ ਇਹ ਚੱਲ ਰਿਹਾ ਹੈ। ਤੇ 5 ਸਾਲ ਤੋਂ ਜਿਹੜਾ ਇਹ ਤੁਹਾਡਾ ਸਮੂਹ ਜਿਹੜਾ ਚੱਲ ਰਿਹਾ ਆ, ਇਹਦੇ ਵਿੱਚ ਕੀ ਕੀ ਜਿਹੜੇ ਕੰਮ ਆ ਜਿਨ੍ਹਾਂ ਨੂੰ ਤੁਸੀਂ ਮੁੱਖ ਤੌਰ ਤੇ ਕਰਦੇ ਹੋ? ਮੈਡਮ ਜੀ, ਇੱਕ ਬੈਗ, ਪਹਿਲਾਂ ਅਸੀਂ ਬੈਗ ਔਰ ਸਿਲਾਈ, ਆਪਾਂ ਕੁਸ਼ਨ ਵਗੈਰਾ, ਸਰਾਣੇ ਵਗੈਰਾ, ਰਬੜ ਬੈਂਡ ਵਗੈਰਾ, ਫਿਰ ਆਪਾਂ ਮਤਲਬ ਕਿ ਥਾਲ ਪੋਸ਼ ਵਗੈਰਾ, ਇੱਧਰ ਰਬੜ ਬੈਂਡ, ਝੋਲੇ ਔਰ ਕਲੀਰੇ ਵੀ ਸਾਡੇ ਬਣ ਰਹੇ, ਬਹੁਤ ਹੀ ਵਿਕ ਰਹਿੰਦੇ ਆ। ਜਿਵੇਂ ਕਿ ਮੈਂ ਵੇਖ ਰਹੀ ਹਾਂ ਜਿਹੜਾ ਸਮਾਨ ਆ ਇਹ ਸਾਰਾ ਉਹ ਸਮਾਨ, ਸਾਜੋ ਸਮਾਨ ਆ ਜਿਹੜਾ ਪਹਿਲਿਆਂ ਵੇਲਿਆਂ ਦੇ ਵਿੱਚ ਜੇਕਰ ਅਸੀਂ ਕਹਿ ਲਈਏ ਕਿ ਬਣਦਾ ਹੁੰਦਾ, ਜਿਵੇਂ ਤੁਸੀਂ ਕਲੀਰਿਆਂ ਦਾ ਨਾਂ ਲਿਆ, ਜਿਵੇਂ ਝੋਲੇ ਆ, ਤੇ ਇਹ ਕਿਤੇ ਨਾ ਕਿਤੇ ਜਿਹੜਾ ਸਾਡੇ ਸੱਭਿਆਚਾਰ ਦਾ ਵੀ ਇੱਕ ਹਿੱਸਾ ਰਹੇ ਆ। ਅਸੀਂ ਹੁਣ ਗੱਲਬਾਤ ਕਰਦੇ ਹਾਂ ਮੈਡਮ ਰਜਿੰਦਰ ਕੌਰ ਜੀ ਦੇ ਨਾਲ, ਜਿਹੜੇ ਕਿ ਵਣ ਵਿਭਾਗ ਤੋਂ ਸਾਡੇ ਨਾਲ ਜਿਹੜੇ ਉਹ ਆਏ ਨੇ। ਹਾਂਜੀ ਮੈਮ, ਤੁਸੀਂ ਕਦੋਂ ਤੋਂ ਇਸ ਸਮੂਹ ਦੇ ਨਾਲ ਜਿਹੜਾ ਆ ਉਹ ਜੁੜੇ ਤੇ ਇਹਨਾਂ ਨੂੰ ਅੱਗੇ ਲੈ ਕੇ ਗਏ? ਮੈਂ ਮੈਡਮ ਕੰਢੀ ਦੇ ਪਿੰਡਾਂ 'ਚ ਐਜ਼ ਏ ਫੈਸਿਲੀਟੇਟਰ 2000 'ਚ ਜੁਆਇਨ ਕੀਤਾ ਸੀ। ਤਦ ਤੋਂ ਲੈ ਕੇ ਮੈਂ ਇਸ ਪਿੰਡ ਦੇ ਵਿੱਚ ਲਗਾਤਾਰ ਆ ਰਹੀ ਹਾਂ। ਔਰ ਇਹ ਜਿਹੜਾ ਗਰੁੱਪ ਹੈ ਇਹ 5 ਸਾਲ ਪਹਿਲਾਂ ਅਸੀਂ ਬਣਾਇਆ ਸੀ
ਇਸ ਤੋਂ ਪਹਿਲਾਂ ਮੈਡਮ ਬਾਕੀ ਪਿੰਡਾਂ ਦੇ ਵਿੱਚ ਹੋਰ ਵੀ ਸੈਲਫ ਹੈਲਪ ਗਰੁੱਪ ਬਹੁਤ ਸਾਰੇ ਬਣਾਏ ਸੀ। ਤੇ ਇਸ ਗਰੁੱਪ ਨਾਲ ਤੁਸੀਂ ਕਹਿੰਦੇ ਕਿ ਤੁਸੀਂ 5 ਸਾਲ ਤੋਂ ਲੈ ਕੇ ਹੁਣ ਤੱਕ ਜਿਹੜਾ ਇਸ ਗਰੁੱਪ ਦੇ ਵਿੱਚ ਕੀ ਤੁਸੀਂ ਜਿਹੜੀਆਂ ਆ ਉਹ ਤਬਦੀਲੀਆਂ ਦੇਖੀਆਂ? ਮੈਡਮ ਇਹ ਘਰੇਲੂ ਲੇਡੀਜ਼ ਹੈਗੀਆਂ, ਪਹਿਲਾਂ ਤਾਂ ਘਰ ਤੋਂ ਬਾਹਰ ਹੀ ਨਹੀਂ ਨਿਕਲਦੀਆਂ। ਫਿਰ ਅਸੀਂ ਜਦੋਂ ਇਹਨਾਂ ਦੀ ਬਾਰ-ਬਾਰ ਮੀਟਿੰਗ ਕਰਦੇ ਹਾਂ, ਫਿਰ ਇਹਨਾਂ ਨੂੰ ਮੋਟੀਵੇਟ ਕਰਦੇ ਹਾਂ ਕਿ ਤੁਸੀਂ ਘਰ ਤੋਂ ਬਾਹਰ ਨਿਕਲ ਕੇ ਜਿਹੜਾ ਆ ਉਹਨੂੰ ਆਪਣਾ ਰੋਜ਼ਗਾਰ ਵੀ ਅਸੀਂ ਕਰ ਸਕਦੇ ਹਾਂ। ਦੂਸਰਾ ਤੁਸੀਂ ਇਹ ਵੀ ਘਰ ਤੋਂ ਬਾਹਰ ਨਿਕਲ ਕੇ ਜੰਗਲ ਤੱਕ ਬਾਲਣ ਲੈਣ ਵੀ ਤਾਂ ਜਾਂਦੇ ਹੋ, ਤੁਸੀਂ ਇੱਧਰ ਆਪਣਾ ਜਿਹੜਾ ਕੋਈ ਨਾ ਕੋਈ ਰੋਜ਼ਗਾਰ ਸ਼ੁਰੂ ਕਰੋ। ਜਿਸ ਕਿਸੇ ਟ੍ਰੇਨਿੰਗ ਦੀ ਤੁਹਾਨੂੰ ਲੋੜ ਹੈ ਉਹ ਅਸੀਂ ਤੁਹਾਨੂੰ ਟ੍ਰੇਨਿੰਗਸ ਦੇਵਾਂਗੇ। ਟ੍ਰੇਨਿੰਗ ਲੈਣ ਤੋਂ ਬਾਅਦ ਮੈਡਮ ਇਹਨਾਂ ਨੇ ਹੁਣੇ ਆਪਣਾ ਰੋਜ਼ਗਾਰ ਸ਼ੁਰੂ ਕੀਤਾ। ਟ੍ਰੇਨਿੰਗ ਦੇ ਵਿੱਚ ਮਤਲਬ ਕੀ ਖਾਸ ਤੌਰ ਤੇ ਜਿਹੜਾ ਤੁਸੀਂ ਇਹਨਾਂ ਦੇ ਲਈ ਮੁਹੱਈਆ ਕਰਵਾਉਂਦੇ ਹੋ? ਮੈਡਮ ਸ਼ੁਰੂਆਤ 'ਚ ਤਾਂ ਅਸੀਂ ਇਹਨਾਂ ਨੂੰ ਜਿਹੜਾ ਆ ਰਾ ਮਟੀਰੀਅਲ ਦਿੰਦੇ ਹਾਂ, ਅਤੇ ਜਦੋਂ ਇਹ ਥੋੜ੍ਹਾ ਹੋ ਜਾਂਦੇ ਇਸ ਕਾਬਲ ਕਿ ਅਸੀਂ ਚਲੋ ਇਹਨਾਂ ਨੂੰ ਕੁਝ ਬਚ ਲਿਆ, ਫਿਰ ਮੈਡਮ ਇਹ ਆਪਣੇ ਲੈਵਲ 'ਤੇ ਕਰਨ ਲੱਗ ਜਾਂਦੇ ਜੀ। ਹਾਂਜੀ। ਤੇ ਜਿਹੜੀ ਇਹਨਾਂ ਦੀ ਦਿੱਕਤ, ਜੇ ਅਸੀਂ ਇਹਨਾਂ ਨੂੰ ਪੁੱਛੀਏ ਵੀ ਤੁਹਾਨੂੰ ਦਿੱਕਤ ਕਿੱਥੇ ਆ ਕੇ ਆਉਂਦੀ ਆ ਨਾ, ਇਹ ਸਾਰਾ ਸਮਾਨ ਬਣਾ ਲੈਂਦੇ ਆ, ਮਟੀਰੀਅਲ ਜਿਹੜਾ ਤੁਸੀਂ ਪੁੱਜਦਾ ਕਰ ਦਿੰਦੇ ਆ, ਪਰ ਇਹਨਾਂ ਨੂੰ ਮੰਡੀਕਰਨ ਦੀ ਜਿਹੜੀ ਉਹ ਬਹੁਤ ਜਿਹੜੀ ਸਮੱਸਿਆ ਖੜੀ ਹੋ ਜਾਂਦੀ ਆ, ਉਹਦੇ ਬਾਰੇ ਦੇ ਵਿੱਚ ਕੀ ਤੁਸੀਂ ਕਹਿਣਾ ਚਾਹੋਗੇ? ਇਹਨਾਂ ਦਾ ਸਰ ਮੈਡਮ ਮਾਰਕੀਟਿੰਗ ਦਾ ਅਸੀਂ ਜਿਹੜਾ ਇੰਤਜ਼ਾਮ ਉਹ ਡਿਪਾਰਟਮੈਂਟ ਵੱਲੋਂ ਕਰਵਾਉਂਦੇ ਹਾਂ। ਹੁਣ ਅਸੀਂ ਹਾਲ ਹੀ ਵਿੱਚ ਇਹਨਾਂ ਦਾ ਜਿਹੜਾ ਅਸੀਂ ਵਣ ਮਹੋਤਸਵ ਸੰਗਰੂਰ ਮਨਾ ਕੇ ਆਏ ਹਾਂ, ਉੱਥੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜਿਹੜਾ ਉਹ ਇਹਨਾਂ ਦੇ ਜਿਹੜੇ ਖਰੀਦਾਂ ਦਾ ਥੈਲੇ ਉਹ ਸਾਡੇ ਨਾਲ ਪ੍ਰੋਮਿਸ ਕੀਤਾ ਹੈ। ਅਤੇ ਇਸ ਤੋਂ ਪਹਿਲਾਂ ਮੈਡਮ ਜਦੋਂ ਕਰੋਨਾ ਕਾਲ ਸੀਗਾ, ਇਹਨਾਂ ਨੇ 10,000 ਮਾਸਕ ਬਣਵਾਏ ਸੀ ਇਹਨਾਂ ਕੋਲੋਂ, ਤਾਂ ਉਹ ਇਹਨਾਂ ਦੇ ਸੇਲ ਹੋਏ ਨੇ। ਮਤਲਬ ਟਾਈਮ ਟੂ ਟਾਈਮ ਅਸੀਂ ਇਹਨਾਂ ਦੀ ਮਾਰਕੀਟਿੰਗ ਦਾ ਇੰਤਜ਼ਾਮ ਵੀ ਕਰਦੇ ਹਾਂ। ਕਰੋਨਾ ਕਾਰਜ ਦੀ ਗੱਲ ਕਰੀਏ ਤਾਂ ਜਿਹੜੇ ਸਾਰੇ ਹੀ ਕਿੱਤੇ ਸੀਗੇ, ਸਾਰੇ ਹੀ ਕੰਮਕਾਜ ਸੀ, ਉਹ ਠੱਪ ਹੋ ਗਏ ਸੀਗੇ, ਤੇ ਉਦੋਂ ਜਿਹੜਾ ਇਹ ਸਵੈ ਸਹਾਇਤਾ ਸਮੂਹ ਆ ਇਹ ਕਿਸ ਤਰ੍ਹਾਂ ਉੱਭਰ ਕੇ ਅੱਗੇ ਆਇਆ? ਮੈਡਮ ਸਾਡੇ ਕੋਲ ਜਿੱਦਾਂ ਕੋਈ ਨੇ ਇਹ ਕਹਿੰਦੇ ਸਾਡੇ ਕੋਲ ਕੋਈ ਕੰਮਕਾਰ ਨਹੀਂ ਹੈਗਾ, ਕਰੋਨਾ ਦੇ ਵਿੱਚ ਸਾਰੇ ਕੰਮ ਬੰਦ ਹੋ ਗਏ ਸੀਗੇ। ਫਿਰ ਮੈਡਮ ਅਸੀਂ ਡੀਸੀ ਸਾਹਿਬ ਨਾਲ ਕੰਟੈਕਟ ਕੀਤਾ ਸੀ ਕਿ ਤੁਸੀਂ ਜਿਹੜਾ ਇਸ ਤਰ੍ਹਾਂ ਦਾ ਕੋਈ ਕੰਮ ਦਿਓ। ਉਹ ਕਹਿੰਦੇ ਕਿਉਂ ਨਹੀਂ, ਤੁਸੀਂ ਆਪਣੇ ਗਰੁੱਪਾਂ ਕੋਲੋਂ ਮਾਸਕ ਬਣਾਉਂਦੇ। ਫਿਰ ਮੈਮ ਉਦੋਂ ਅਸੀਂ ਆਉਂਦੇ ਜਾਂਦੇ ਤਾਂ ਕਿਤੇ ਨਹੀਂ ਸੀਗੇ, ਫਿਰ ਇਹਨਾਂ ਨਾਲ ਫੋਨ 'ਤੇ ਟਾਈ ਅਪ ਕੀਤਾ ਸੀ ਕਿ ਤੁਸੀਂ ਤਿਆਰ ਹੋਏ, ਕਹਿੰਦੇ ਮੈਡਮ ਅਸੀਂ ਬਣਾਵਾਂਗੇ, ਸਾਡੇ ਕੋਲ ਕੰਮ ਤਾਂ ਕੋਈ ਹੈ ਨਹੀਂ। ਫਿਰ ਮੈਡਮ ਇਹਨਾਂ ਵਰਗੇ ਹੋਰ 10 ਗਰੁੱਪ ਜਿਹੜੇ ਮੇਰੇ ਹੁਸ਼ਿਆਰਪੁਰ ਫੋਰੈਸਟ ਡਿਵੀਜ਼ਨ ਦੇ ਆ, ਉਹਨਾਂ ਕੋਲ ਅਸੀਂ 1 ਲੱਖ ਮਾਸਕ ਤਿਆਰ ਕਰਵਾਇਆ ਸੀ, ਤੇ ਜੋ ਕਿ ਉਹ ਡੀਸੀ ਸਾਹਿਬ ਨੇ ਜਿਹੜਾ ਉਹ ਪਰਚੇਜ਼ ਕੀਤਾ, ਬਕਾਇਦਾ ਇਹਨਾਂ ਨੂੰ ਟਾਈਮ ਤੇ ਪੇਮੈਂਟ ਵੀ ਮਿਲੀ। ਕਈ ਵਾਰੀ ਕੀ ਹੁੰਦਾ ਹੈ ਕਿ ਜਿਹੜੀਆਂ ਮੈਂਬਰਸ ਜੁੜਦੀਆਂ ਆ, ਐਵੇਂ ਹੀ ਔਰਤਾਂ ਜਿਹੜੀਆਂ ਆ ਜਿਨ੍ਹਾਂ ਨੂੰ ਸ਼ਾਇਦ ਕਈ ਵਾਰੀ ਹੁੰਦਾ ਕਿ ਕੋਈ ਔਰਤ ਇਹੋ ਜਿਹੀ ਵੀ ਹੁੰਦੀ ਜਿਹਨੂੰ ਘਰ ਦੇ ਕੰਮ ਤੋਂ ਸਿਵਾ ਕੋਈ ਕੰਮ ਨਹੀਂ ਕਰਨਾ ਆਉਂਦਾ, ਉਹ ਕਿਵੇਂ ਫਿਰ ਇਸ ਸਮੂਹ ਦੇ ਵਿੱਚ ਆਣ ਕੇ ਕੀ ਕਰ ਸਕਦੀ ਆ? ਇਹ ਜਿੱਦਾਂ ਘਰੇਲੂ ਲੇਡੀਜ਼ ਆ ਮੋਸਟਲੀ ਪਿੰਡਾਂ 'ਚ ਕਾਫੀ ਇਹਨਾਂ ਨੇ ਘਰ ਦੇ ਕੰਮ ਨਾਲ ਹੀ ਜੁੜੀਆਂ ਆ। ਇਹਨਾਂ ਨੂੰ ਮੈਡਮ ਕੱਢ ਕੇ ਲਿਆਉਣਾ ਬਹੁਤ ਮੁਸ਼ਕਿਲ ਹੈ ਕਿ ਤੁਸੀਂ ਇਹ ਕੰਮ ਕਰੋ। ਫਿਰ ਇਹਨਾਂ ਦਾ ਹੁੰਦਾ ਕਿ ਪਹਿਲਾਂ ਸਾਨੂੰ ਜੀ ਸਿਲਾਈ ਟ੍ਰੇਨਿੰਗ ਦੇ ਦਿਓ, ਬੈਗ ਦੀ ਟ੍ਰੇਨਿੰਗ ਦੇ ਦਿਓ। ਉਹ ਮੈਡਮ ਇਹਨਾਂ ਦੀ ਇਨੀਸ਼ੀਅਲ ਟ੍ਰੇਨਿੰਗ ਦੇਣ ਤੋਂ ਬਾਅਦ ਇਹਨਾਂ ਨੂੰ ਬਾਕੀ ਟ੍ਰੇਨਿੰਗਸ ਦੀ ਜਿਹੜੀ ਅਸੀਂ ਜਾਣਕਾਰੀ ਫਿਰ ਦਿੰਦੇ ਰਹਿੰਦੇ ਆ। ਫਿਰ ਇਹ ਕਿ ਆਪਣੇ ਆਪ ਜੁੜਾਵ ਹੋ ਜਾਂਦਾ, ਕੋਈ ਬੁੱਕ ਬਾਈਂਡਿੰਗ ਵਾਲੇ ਪਾਸੇ ਚੱਲ ਜਾਂਦਾ, ਕੋਈ ਨਿਟਿੰਗ ਦਾ ਕਰਦਾ ਆ। ਇਹ ਫਿਰ ਮੈਡਮ ਆਪਣੇ ਆਪ ਫਿਰ ਲੱਗ ਜਾਂਦੇ ਕੰਮ ਕਰਨ। ਨਹੀਂ, ਜਿਵੇਂ ਕਿ ਹੁਣ ਅਸੀਂ ਦੇਖੀਏ ਤਾਂ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਕਰੋਸ਼ੀਆ, ਸਿਲਾਈਆਂ ਆ, ਇਹ ਵਾਲੇ ਜਿਹੜੇ ਕੰਮ ਆ, ਅੱਗੇ ਆਮ ਤੌਰ ਤੇ ਔਰਤਾਂ ਨੂੰ ਸਾਡੀਆਂ ਜੇ ਸੋਚੀਏ ਤਾਂ ਸਾਡੀਆਂ ਮਾਵਾਂ ਨੂੰ, ਦਾਦੀਆਂ ਨੂੰ ਇਹ ਜਿਹੜੇ ਕੰਮ ਆਉਂਦੇ ਸੀ। ਜੇ ਹੁਣ ਦੇ ਸਮੇਂ ਦੇ ਵਿੱਚ ਅਸੀਂ ਸੋਚੀਏ ਤਾਂ ਸ਼ਾਇਦ ਮੈਨੂੰ ਨਹੀਂ ਲੱਗਦਾ ਕਿ ਕੋਈ ਹੁਣ ਦੇ ਦੌਰ ਦੀ ਕੋਈ ਔਰਤ ਜਿਹੜੀ ਆ ਉਹ ਲੱਭੂਗੀ। ਤੇ ਜਦੋਂ ਉਹ ਨਾਲ ਜੁੜਦੀਆਂ ਆ ਉਦੋਂ ਹੀ ਕੋਈ ਸਮੂਹ ਜਿਹੜਾ ਉਹ ਅੱਗੇ ਚੱਲ ਪਾਉਂਦਾ, ਜਾਂ ਸਪੈਸ਼ਲੀ ਜਿਹੜੀ ਤੁਸੀਂ ਟ੍ਰੇਨਿੰਗ ਦਿੰਦੇ ਆ ਕਿ ਦੇਣੀ ਹੀ ਬਣਦੀ ਆ ਤੇ ਫੇਰ ਹੀ ਕੁਝ ਹੋ ਸਕਦਾ ਆ, ਜਾਂ ਜਿਨ੍ਹਾਂ ਨੂੰ ਆਲਰੇਡੀ ਆਉਂਦਾ ਆ ਉਹ ਵੀ ਅੱਗੇ ਲੈ ਕੇ ਚੱਲਦੀਆਂ ਇਸ ਕੰਮ ਨੂੰ? ਨਹੀਂ ਮੈਡਮ ਦੇਖੋ, ਅੱਗੇ ਜਿਹੜਾ ਇਹ ਕੰਮ ਸੀ ਟ੍ਰੈਡੀਸ਼ਨਲ, ਇਹ ਲੋਕੀ ਸ਼ੌਂਕ ਨੂੰ ਕਰਦੇ ਸੀ। ਹੁਣ ਜਿਹੜਾ ਇਹ ਕੰਮ ਆ ਉਹ ਫਾਈਨੈਂਸ਼ੀਅਲ ਨੂੰ ਕਰਦੇ ਆ ਕਿ ਸਾਨੂੰ ਇਹਨੂੰ ਸੇਲ ਕਰਕੇ ਕੁਛ ਨਾ ਕੁਛ ਜਿਹੜਾ ਉਹ ਮਿਲੇ। ਤੇ ਉਹ ਸਾਡੇ ਜਿਹੜੀਆਂ 올ਡ ਲੇਡੀਜ਼ ਹੈਗੀਆਂ ਉਹਨਾਂ ਕੋਲੋਂ ਵੀ ਮੈਡਮ ਅਸੀਂ ਟ੍ਰੇਨਿੰਗ ਕਰਵਾ ਲੈਂਦੇ ਆ, ਜਾਂ ਪਿੰਡ ਦੇ ਵਿੱਚ ਜਿਨ੍ਹਾਂ ਨੂੰ ਪਹਿਲਾਂ ਹੀ ਕੰਮ ਆਉਂਦਾ ਆ ਉਹਨਾਂ ਨੂੰ ਐਜ਼ ਏ ਟ੍ਰੇਨਰ ਰੱਖ ਲੈਂਦੇ ਆ। ਤੇ ਉਹ ਮੈਡਮ ਕੰਮ ਸਾਡਾ ਇਸ ਤਰ੍ਹਾਂ ਚੱਲਦਾ ਰਹਿੰਦਾ। ਮਤਲਬ ਜਿੱਦਾਂ ਕਹ ਲਓ ਨਾ ਜਨਰੇਸ਼ਨ ਗੈਪ ਆ, ਉਹ ਜਿਹੜਾ ਪਿਛਲੀ ਪੀੜ੍ਹੀ ਦਾ ਕੰਮ ਉਹ ਅਸੀਂ ਨਵੀਂ ਪੀੜ੍ਹੀ ਨੂੰ ਕਰਵਾਉਂਦੇ ਹਾਂ। ਸਵੈ ਸਹਾਇਤਾ ਸਮੂਹ ਦੇ ਨਾਲ ਗੱਲਬਾਤ ਕਰਦਿਆਂ ਹਨ ਅਸੀਂ ਪਿੰਡ ਨਾਰਾ ਦੇ ਸਰਪੰਚ ਸਾਹਿਬ ਜਿਹੜੇ ਉਹ ਵੀ ਸਾਡੇ ਨਾਲ ਇੱਥੇ ਮੌਜੂਦ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਹਾਂਜੀ ਮੈਮ, ਇਸ ਪਿੰਡ ਦੇ ਵਿੱਚ ਇਹ ਸਵੈ ਸਹਾਇਤਾ ਸਮੂਹ ਜਿਹੜਾ ਆ ਜਿਹੜਾ 5 ਸਾਲ ਤੋਂ ਚੱਲ ਰਿਹਾ ਆ, ਤੇ ਤੁਸੀਂ ਕਿਸ ਤਰੀਕੇ ਨਾਲ ਇਸ ਸਮੂਹ ਨੂੰ ਜਿਹੜਾ ਆ ਉਹ ਕੋਈ ਵੀ ਜਿਹੜੀ ਮਾਲੀ ਆ ਜਾਂ ਕੋਈ ਮਦਦ ਜਿਹੜੀ ਇਹਨਾਂ ਨੂੰ ਜ਼ਰੂਰਤ ਆ ਉਹ ਕਿਵੇਂ ਕੀਤੀ? ਵੈਸੇ ਤਾਂ ਜਿਹੜੀ ਲੇਡੀਜ਼ ਸਾਡੇ ਗਰੁੱਪ ਬਣੇ ਹਨ ਜੀ, ਉਹ ਬਹੁਤ ਹੀ ਵਧੀਆ ਗਰੁੱਪ ਚੱਲ ਰਹੇ ਹਨ। ਇਹ ਗਰੁੱਪ ਜਿਹੜੇ 10 ਮੈਂਬਰਾਂ ਦਾ ਗਰੁੱਪ ਜੀ ਅਸੀਂ ਚਲਾਇਆ ਹੈ, ਇਹ ਕਾਫੀ ਮਿਹਨਤ ਕਰ ਰਹੀਆਂ ਬੀਬੀਆਂ, ਬਹੁਤ ਹੀ ਜ਼ਿਆਦਾ ਤਰੱਕੀ ਕੀਤੀ ਹੈ। ਇਹਨਾਂ ਨੇ ਆ ਬੈਗ ਬਣਵਾਏ ਹੈ। ਸਵੈ ਸਹਾਇਤਾ ਸਮੂਹ ਦੇ ਸਾਰੇ ਮੈਂਬਰਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ, ਤੇ ਹੁਣ ਸਾਡੇ ਨਾਲ ਮੌਜੂਦ ਨੇ ਇੱਥੋਂ ਦੇ ਜਿਹੜੇ ਸਿਲਾਈ ਟੀਚਰ ਆ, ਜਿਹੜੇ ਸਿਲਾਈ ਦੇ ਅਧਿਆਪਿਕਾ ਆ, ਸਿਲਾਈ ਦੀ ਜਿਹੜੀ ਸਿਖਲਾਈ ਆ ਉਹ ਔਰਤਾਂ ਨੂੰ, ਬੀਬੀਆਂ ਨੂੰ ਦਿੰਦੇ ਨੇ। ਹਾਂਜੀ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ ਜੀ। ਤੇ ਮੈਮ, ਜਦੋਂ ਤੁਸੀਂ ਸਿਲਾਈ ਦਾ ਇਹਨਾਂ ਨੂੰ ਸਿਖਾਉਂਦੇ ਹੋ
ਮਤਲਬ ਇਹ ਵੀ ਹੁੰਦਾ ਆ ਕਿ ਆਪਾਂ ਸਿਰਫ ਜਿਹੜਾ ਬੇਸਿਕ ਆ ਉੱਥੋਂ ਸ਼ੁਰੂ ਕਰਨਾ ਆ ਕਿ ਸੂਟ ਤੋਂ ਹੀ ਸ਼ੁਰੂ ਕਰਨਾ, ਜਾਂ ਉਸ ਤੋਂ ਇਲਾਵਾ ਜਿਹੜੀਆਂ ਹੋਰ ਵੀ ਚੀਜ਼ਾਂ ਸਿਲਾਈ ਦੇ ਵਿੱਚ ਆਉਂਦੀਆਂ ਆ, ਜਾਂ ਉਹ ਵੀ ਜਿਹੜੀਆਂ ਚੀਜ਼ਾਂ ਤੁਸੀਂ ਸਿਖਾਉਂਦੇ ਆ? ਹਾਂਜੀ ਮੈਮ, ਇਸ ਤਰ੍ਹਾਂ ਹੁੰਦਾ ਕਿ ਕਈ ਬੱਚੇ ਤਾਂ ਥੋੜਾ ਸਿੱਖ ਲੈਂਦੇ ਆ, ਪਹਿਲੇ ਹੀ ਉਹਨਾਂ ਨੂੰ ਹੁੰਦੀ ਥੋੜੀ ਬਹੁਤੀ ਟ੍ਰੇਨਿੰਗ ਹੁੰਦੀ ਹੈ ਬੱਚਿਆਂ ਨੂੰ, ਪਰ ਲੇਕਿਨ ਕਈ ਬੱਚੇ ਹੁੰਦੇ ਆ ਕਿ ਸਟੱਡੀ ਤੋਂ ਬਾਅਦ ਉਹਨਾਂ ਨੇ ਇੱਕਦਮ ਇੱਧਰ ਸਟਿਚਿੰਗ ਵਾਲੀ ਲਾਈਨ 'ਚ ਆਉਣਾ ਹੁੰਦਾ, ਇਸ ਕਰਕੇ ਬੱਚਿਆਂ ਨੂੰ ਬੇਸਿਕ ਤੋਂ ਹੀ ਸ਼ੁਰੂ ਕਰਵਾਉਣਾ ਪੈਂਦਾ ਆ। ਇੱਦਾਂ ਨਹੀਂ ਹੈਗਾ ਕਿ ਅਸੀਂ ਮਤਲਬ ਕਿ ਪੂਰੀ ਸਟੈਪ ਬਾਈ ਸਟੈਪ ਸਿਖਾਉਣਾ ਪੈਂਦਾ, ਇਹਦੇ ਨਾਲ ਫਿਰ ਮੈਨੂੰ ਵੀ ਈਜ਼ੀ ਹੋ ਜਾਂਦਾ ਤੇ ਬੱਚਿਆਂ ਲਈ ਸਿੱਖਣ ਦੇ ਵਿੱਚ ਵੀ ਈਜ਼ੀ ਹੋ ਜਾਂਦਾ। ਹਾਂਜੀ। ਤੇ ਜੇਕਰ ਅਸੀਂ ਗੱਲ ਕਰੀਏ ਕਿ ਇਸ ਸਵੈ ਸਹਾਇਤਾ ਸਮੂਹ ਨੂੰ ਦੇਖਦਿਆਂ ਜਿਹੜੀ ਨੌਜਵਾਨ ਪੀੜ੍ਹੀ ਆ, ਜਿੱਦਾਂ ਕਿ ਹੁਣ ਦੀਆਂ ਅੱਜ ਕੱਲ੍ਹ ਦੀਆਂ ਜਿਹੜੀਆਂ ਕੁੜੀਆਂ ਆ, ਕਿ ਉਹ ਵੀ ਇਸ ਸਮੂਹ ਦੇ ਨਾਲ ਜੁੜਦੀਆਂ ਆ, ਕਿ ਉਹਨਾਂ ਦਾ ਰੁਝਾਨ ਵੀ ਪੈਦਾ ਹੁੰਦਾ ਆ? ਹਾਂਜੀ ਮੈਮ, ਬਿਲਕੁਲ। ਮੈਂ ਇਸ ਪਿੰਡ ਦੇ ਵਿੱਚ ਤਾਂ ਮੈਂ ਦੇਖਿਆ ਕਿ ਬਹੁਤ ਜ਼ਿਆਦਾ ਉਤਸ਼ਾਹ ਹੈ ਬੱਚਿਆਂ ਦੇ ਵਿੱਚ, ਔਰ ਇਹ ਪੜ੍ਹੀਆਂ ਲਿਖੀਆਂ ਵੀ ਹੈਗੀਆਂ। ਪੜ੍ਹੀਆਂ ਲਿਖੀਆਂ ਹੋਣ ਕਰਕੇ ਮੈਨੂੰ ਵੀ ਈਜ਼ੀ ਹੋ ਜਾਂਦਾ ਇਹਨਾਂ ਵਾਸਤੇ ਸਿਖਾਉਣਾ ਇਹਨਾਂ ਨੂੰ, ਮਤਲਬ ਕਿ ਇੱਕਦਮ ਇਹ ਗੱਲ ਕੈਚ ਕਰ ਲੈਂਦੀਆਂ ਆ। ਅਤੇ ਬਾਕੀ ਮੈਂ ਇਹਨਾਂ ਨੂੰ ਤਾਂ ਕਹਿ ਦਿੰਦੀ ਕਿ ਤੁਸੀਂ ਜਿੰਨਾ ਤੁਹਾਡੀ ਕੋਸ਼ਿਸ਼ ਹੈਗੀ ਆ ਤੁਸੀਂ ਮੈਨੂੰ ਬਾਰ-ਬਾਰ ਪੁੱਛ ਸਕਦੀਆਂ ਆ। ਤੇ ਉਸ ਤੋਂ ਬਾਅਦ ਵਿੱਚ ਜਿਵੇਂ ਕਿ ਹੁੰਦਾ ਨਾ ਕਿ ਅਸੀਂ ਕਿਸੇ ਨੂੰ ਸਿਖਾਇਆ ਹੈ ਤਾਂ ਉਹਦਾ ਪ੍ਰਮਾਣ ਪੱਤਰ ਜਿਹੜਾ ਦਿੰਦੇ ਆ, ਕੀ ਤੁਹਾਡਾ ਸਮੂਹ ਜਿਹੜਾ ਆ ਇਦਾਂ ਕੋਈ ਪ੍ਰਮਾਣ ਪੱਤਰ ਵੀ ਦਿੰਦਾ ਬੱਚੇ ਨੂੰ? ਹਾਂਜੀ ਮੈਮ, ਹਾਂਜੀ, ਸਰਟੀਫਿਕੇਟ ਦਿੰਦੇ ਆ। ਔਰ ਫਿਰ ਇਹਨਾਂ ਦੇ ਕੋਲ ਸੀਗੀਆਂ, ਇਹਨਾਂ ਨੂੰ ਪਹਿਲਾਂ ਸੀਗੀਆਂ ਸ਼ੁਰੂ ਦੇ ਵਿੱਚ ਇਹਨਾਂ ਨੂੰ ਪ੍ਰੋਬਲਮ ਸੀਗੀ ਕਿ ਇਹ ਮਸ਼ੀਨਾਂ ਇਹਨਾਂ ਦੇ ਕੋਲ ਨਹੀਂ ਸੀਗੀਆਂ। ਫਿਰ ਅਸੀਂ ਆਪਣੇ ਕਮੇਟੀ ਦੇ ਮੈਂਬਰ ਸਾਡੇ ਸੀਨੀਅਰ ਉਹਨਾਂ ਦੇ ਕੋਲ ਫਿਰ ਅਸੀਂ ਗੱਲਬਾਤ ਕੀਤੀ, ਉਹਨਾਂ ਨੇ ਫਿਰ ਮਸ਼ੀਨਾਂ ਲੈ ਕੇ ਦਿੱਤੀਆਂ ਇਹਨਾਂ ਨੂੰ। ਹਾਂਜੀ, ਤੇ ਫਿਰ ਲਾਸਟ ਵਿੱਚ ਵੀ ਜੋ ਸਰਟੀਫਿਕੇਟ ਦੇਣੇ ਆ ਫਿਰ ਇਹਨਾਂ ਨੂੰ ਮਸ਼ੀਨਾਂ ਪ੍ਰੋਵਾਈਡ ਕਰਨੀਆਂ। ਹੁਣ ਅਸੀਂ ਸਵੈ ਸਹਾਇਤਾ ਸਮੂਹ ਦੇ ਸਾਰੇ ਮੈਂਬਰਾਂ ਦੇ ਨਾਲ ਜਿਹੜਾ ਆ ਉਹ ਗੱਲਬਾਤ ਕਰਾਂਗੇ। ਹਾਂਜੀ ਮੈਮ, ਤੁਹਾਡਾ ਨਾਮ ਜੀ? ਜੀ, ਮੇਰਾ ਨਾਮ ਕੁਲਵਿੰਦਰ ਕੌਰ ਆ ਔਰ ਮੈਂ ਸੈਲਫ ਹੈਲਪ ਗਰੁੱਪ ਦੀ ਮੈਂਬਰ ਆ ਜੀ। ਅੱਛਾ ਜੀ, ਤੇ ਕਦੋਂ ਤੋਂ ਤੁਸੀਂ ਇਸ ਗਰੁੱਪ ਦੇ ਨਾਲ ਜੁੜੇ ਹੋਏ ਹੋ? ਮੈਮ, ਸਾਡਾ ਗਰੁੱਪ 5 ਸਾਲ ਤੋਂ ਚੱਲਦਾ ਜੀ, ਔਰ ਮੈਂ 5 ਸਾਲ ਤੋਂ ਇਹਨਾਂ ਦੇ ਨਾਲ ਆ ਜੀ। ਮਤਲਬ ਇੱਕ ਲੰਬਾ ਅਰਸਾ ਤੁਹਾਨੂੰ ਹੋ ਗਿਆ ਜਦੋਂ ਤੋਂ ਸ਼ੁਰੂ ਹੋਇਆ ਹੈ, ਤੇ ਉਦੋਂ ਤੋਂ ਤੁਸੀਂ ਇਸ ਗਰੁੱਪ ਦੇ ਵਿੱਚ ਕਿਸ ਤਰੀਕੇ ਨਾਲ ਆਪਣਾ ਯੋਗਦਾਨ ਜਿਹੜਾ ਪਾ ਰਹੇ ਹੋ? ਮੈਮ, ਜਿਹੜੇ ਪਹਿਲੇ 10 ਮੈਂਬਰ ਆ ਉਹ ਆਪਣਾ 100 ਰੁਪਏ ਦੀ ਪਰ ਮੰਥਲੀ ਸੇਵਿੰਗ ਕਰਦੇ ਆ, ਔਰ ਫਿਰ ਉਸ ਨੂੰ ਜੋੜਦੇ ਆ। ਜਦੋਂ ਕਿਸੇ ਮੈਂਬਰ ਨੂੰ ਲੋੜ ਪੈਂਦੀ ਆ ਫਿਰ ਉਹ ਸਾਰੇ ਮੈਂਬਰਾਂ ਨੂੰ ਪੈਸੇ ਜਿਹੜੇ ਆ ਉਹ ਦਿੱਤੇ ਜਾਂਦੇ ਆ। ਇਸੇ ਤਰ੍ਹਾਂ ਸਾਰੇ ਮੈਂਬਰ ਸਾਡੀ ਹੈਲਪ ਕਰਦੇ ਆ ਸਾਰੇ। ਤੇ ਤੁਸੀਂ ਮੇਨ ਕੋਈ ਮੁੱਖ ਕੰਮ ਹੈਗਾ ਕਿ ਹਾਂ ਵੀ ਟਿਪੀਕਲੀ ਆਹ ਕੰਮ ਮੈਂ ਹੀ ਕਰਨਾ ਇਸ ਗਰੁੱਪ ਦੇ ਵਿੱਚ? ਮੈਮ, ਇੱਦਾਂ ਦਾ ਕੁਛ ਨਹੀਂ ਹੈ, ਸਾਰੇ ਮੈਂਬਰ ਰਲ ਕੇ ਕਰਦੇ ਆ। ਔਰ ਜਦੋਂ ਜਿਸ ਤਰ੍ਹਾਂ ਹੁਣ ਪਹਿਲੇ ਕਰੋਨਾ ਦਾ ਟਾਈਮ ਸੀਗਾ, ਸਾਨੂੰ ਮਾਸਕ ਸੀਣ ਲਈ ਦਿੱਤੇ ਗਏ। ਅਸੀਂ ਮਾਸਕ ਜਿਹੜੇ ਜ਼ਰੂਰਤਮੰਦ ਸੀਗੇ, ਜਿਨ੍ਹਾਂ ਦੇ ਘਰ ਦੇ ਵਿੱਚ ਉਸ ਵੇਲੇ ਕੋਈ ਵੀ ਕੰਮ ਨਹੀਂ ਸੀਗਾ, ਉਹਨਾਂ ਨੇ ਬੀਬੀਆਂ ਨੇ ਵੀ ਕੰਮ ਕੀਤਾ, ਨਾਲ ਲੜਕੀਆਂ ਨੂੰ ਵੀ ਲਿਆ। ਤੇ ਹੁਣ ਜਿਸ ਤਰ੍ਹਾਂ ਸਿੰਗਲ ਯੂਜ਼ ਪਲਾਸਟਿਕ ਬੰਦ ਕਰ ਦਿੱਤੀ ਗਈ ਆ, ਹੁਣ ਸਾਨੂੰ ਥੈਲੇ ਸੀਣ ਲਈ ਦਿੱਤੇ ਹੋਏ ਆ, ਅਸੀਂ ਉਹ ਕੰਮ ਕਰਦੇ ਔਰ ਸਾਰੇ ਰਲ ਕੇ ਕਰਦੇ ਆ। ਤੇ ਮੈਮ, ਜੇਕਰ ਅਸੀਂ ਗੱਲ ਕਰੀਏ ਕਿ ਸਾਡੇ ਘਰਾਂ ਦੇ ਵਿੱਚੋਂ ਬਾਹਰ ਨਿਕਲਣਾ, ਖਾਸ ਕਰਕੇ ਕੰਮਕਾਜ ਦੇ ਲਈ ਵੀ ਔਰਤ ਨੂੰ ਜਦੋਂ ਘਰੋਂ ਬਾਹਰ ਆਉਣ ਦੇ ਲਈ ਇੱਕ ਜਿਹੜਾ ਸੰਘਰਸ਼ ਕਰਨਾ ਪੈਂਦਾ ਹੈ, ਕਿ ਤੁਹਾਨੂੰ ਵੀ ਲੱਗਾ ਹੈ ਕਿ ਤੁਹਾਨੂੰ ਘਰ ਤੋਂ ਬਾਹਰ ਆਣ ਕੇ ਆਹ ਕੰਮ ਕਰਨ ਨੂੰ ਜਿਹੜਾ ਕੋਈ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਉਹਨਾਂ ਦਾ ਸਾਹਮਣਾ ਕਰਨਾ ਪਿਆ ਹੋਵੇ? ਮੈਡਮ ਜੀ, ਸਾਡੇ ਘਰ ਦੀ ਪੂਰੀ ਸਾਡੇ ਨਾਲ ਦੀ ਹੈਲਪ ਕਰਦੇ ਆ, ਔਰ ਸਾਨੂੰ ਬਾਹਰ ਜਾਣ 'ਚ ਕੋਈ ਪ੍ਰੋਬਲਮ ਨਹੀਂ। ਅਸੀਂ ਇੱਥੇ ਹੀ ਘਰ ਦੇ ਵਿੱਚ ਰਹਿ ਕੇ, ਜਦੋਂ ਸਾਡੇ ਕੋਲ ਟਾਈਮ ਹੁੰਦਾ ਸੀ, ਇੱਥੇ ਜੰਦਕਰ ਸਿਲਾਈ ਸੈਂਟਰ ਖੁੱਲ੍ਹਿਆ ਆ ਵਣ ਵਿਭਾਗ ਵੱਲੋਂ, ਇੱਥੇ ਵੀ ਆਨੇ ਆ, ਔਰ ਜਿਹੜਾ ਕੰਮ ਅਸੀਂ ਘਰ ਲਿਜਾ ਕੇ ਵੀ ਕਰ ਸਕਦੇ ਆ। ਸਾਨੂੰ ਘਰ ਜਾ ਕੇ ਜਿਹੜਾ ਤੁਸੀਂ ਕੰਮ ਕਰਦੇ ਆ ਉਹਨੂੰ ਕਿੰਨਾ ਵਕਤ ਜਿਹੜਾ ਆ ਤੁਸੀਂ ਦਿੰਦੇ ਆ, ਕਿ ਹਾਂ ਕਿ ਕਦੀ ਇੱਦਾਂ ਸੋਚਿਆ ਕਿ ਆਹ ਸਮੂਹ ਦੇ ਕੰਮ ਵਾਸਤੇ ਮੈਂ ਇੰਨਾ ਟਾਈਮ ਜਿਹੜਾ ਉਹ ਦੇਣਾ ਹੀ ਦੇਣਾ ਆ? ਮੈਮ, 1 ਘੰਟਾ ਡੇਲੀ ਕੱਢ ਲਈਦਾ ਜੀ, ਆਪਣੇ ਬੱਚਿਆਂ ਦਾ ਕਰਕੇ, ਘਰ ਦਾ ਕੰਮ ਕਰਕੇ 1 ਘੰਟਾ ਡੇਲੀ ਕੰਮ ਕਰੀ ਲਈਦਾ। ਤੇ ਜਦੋਂ ਤੋਂ ਇਹ ਸਮੂਹ ਚੱਲ ਰਿਹਾ ਆ 5 ਸਾਲ ਹੋ ਗਏ ਤੁਸੀਂ ਕਹਿੰਦੇ, ਕਿੰਨੇ ਸਾਰੇ ਮੈਂਬਰ ਜਿਹੜੇ ਇਹਨਾਂ ਜੁੜਦੇ ਗਏ ਤੇ ਕਿੰਨੇ ਆ ਜਿਹੜਾ ਉਹ ਅੱਗੋਂ ਆਪਣਾ ਨਵਾਂ ਜਿਹੜਾ ਉਹ ਕੰਮ ਸ਼ੁਰੂ ਕਰਦੇ ਗਏ ਇੱਥੋਂ ਸਿੱਖ ਕੇ? ਮੈਮ, ਜਿੱਦਾਂ 10 ਮੈਂਬਰ ਚੱਲਦੇ ਆ ਨਾਲ, ਔਰ ਮੈਂਬਰ ਜਿਨ੍ਹਾਂ ਨੇ ਵੀ ਕਰਨਾ ਆਪਣੀ ਖੁਸ਼ੀ ਦੇ ਨਾਲ ਕਰਦੇ ਆ। ਸਵੈ ਸਹਾਇਤਾ ਸਮੂਹ ਜਿੱਥੇ ਆਪਣੇ ਆਪ ਵਿੱਚ ਨਾਰੀ ਸਸ਼ਕਤੀਕਰਨ ਦੀ ਇੱਕ ਉੱਭਰਦੀ ਹੋਈ ਮਿਸਾਲ ਆ, ਉੱਥੇ ਨਾਲ ਦੀ ਨਾਲ ਜਿਹੜਾ ਦੂਜੀਆਂ ਔਰਤਾਂ ਦੇ ਲਈ ਇੱਕ ਉਤਸ਼ਾਹ ਵੀ ਪੈਦਾ ਕਰਦੀਆਂ ਆ ਤੇ ਇੱਕ ਰੂਪ ਰੇਖਾ ਵੀ ਬਣਾਉਂਦੀਆਂ ਆ। ਸੋ ਇਸੇ ਤਰ੍ਹਾਂ ਅਸੀਂ ਇਸ ਸਵੈ ਸਮੂਹ ਸਹਾਇਤਾ ਦੇ ਇੱਕ ਹੋਰ ਮੈਂਬਰ ਦੇ ਨਾਲ ਜਿਹੜਾ ਗੱਲਬਾਤ ਕਰਾਂਗੇ। ਹਾਂਜੀ ਮੈਮ, ਤੁਹਾਡਾ ਨਾਮ ਜੀ? ਕੋਮਲ। ਹਾਂਜੀ ਕੋਮਲ, ਤੁਹਾਨੂੰ ਕਿੰਨਾ ਟਾਈਮ ਹੋ ਗਿਆ ਆ ਇਸ ਗਰੁੱਪ ਦੇ ਵਿੱਚ ਸਿੱਖਦਿਆਂ ਨੂੰ?
ਸਾਨੂੰ ਹਲੇ ਸਾਡਾ 5ਵੇਂ ਮਹੀਨੇ ਤੋਂ ਸਾਡਾ ਇਹ ਸਿਲਾਈ ਦਾ ਸੈਂਟਰ ਸ਼ੁਰੂ ਹੋਇਆ ਹੈ। ਉਹਦੇ ਵਿੱਚ ਸਾਨੂੰ ਸਟਿਚਿੰਗ ਸਿਖਾਉਂਦੇ ਆ। ਪਹਿਲਾਂ ਮੈਂ ਤੁਹਾਨੂੰ ਪਤਾ ਹੀ ਆ ਹੁਣ ਕਿੰਨੀ ਜ਼ਿਆਦਾ ਸਮਾਈ ਹੋ ਗਈ ਆ ਸੂਟਾਂ ਦੀ, ਫਿਰ ਉਹੀ ਹੁਣ ਸਾਨੂੰ ਆਪ ਅਸੀਂ ਸੀ ਲੈਂਦੇ ਆ। ਅਸੀਂ ਨਵੇਂ ਤੋਂ ਨਵੇਂ ਡਿਜ਼ਾਈਨ ਵੀ ਬਣਾ ਲਏ। ਕਿਸੇ ਨੂੰ ਵੀ ਅਸੀਂ ਕੋਈ ਵੀ ਡਿਜ਼ਾਈਨ ਦੇਖਦੇ ਆ ਨਾ, ਆਪਣੇ ਆਪ ਹੀ ਘਰ ਡਿਜ਼ਾਈਨ ਕਰ ਲਈਦਾ ਆ। ਸਾਡੇ ਮੈਡਮ ਸਾਨੂੰ ਬਹੁਤ ਹੀ ਵਧੀਆ ਸਿਖਾਉਂਦੇ ਆ। ਸਾਨੂੰ ਇਹਦੇ ਨਾਲ ਨਾਲ ਡਰਾਫਟਿੰਗ ਵੀ ਪੂਰੀ ਤਰ੍ਹਾਂ ਨਾਲ ਦੱਸੀ ਜਾਂਦੀ ਹੈ, ਜਿਹਦੇ ਨਾਲ ਅਸੀਂ ਬਾਅਦ ਵਿੱਚ ਕਿਸੇ ਨੂੰ ਸਿਖਾ ਵੀ ਸਕਦੇ ਆ। ਜੇ ਕਿਸੇ ਹੋਰ ਨੂੰ ਵੀ ਅਸੀਂ ਚਾਹੀਏ ਆਪਣੇ ਨਾਲ ਲੈ ਕੇ ਤੁਰ ਸਕਦੇ ਆ। ਕਿਸੇ ਨੂੰ ਜੇ ਚਾਹੀਏ ਜਿਨ੍ਹਾਂ ਨੂੰ ਨਹੀਂ ਸੀਣਾ ਆਉਂਦਾ ਚੰਗੀ ਤਰ੍ਹਾਂ ਨਾਲ, ਉਹਨਾਂ ਨੂੰ ਹਰੇਕ ਚੀਜ਼ ਦੱਸ ਸਕਦੇ ਆ ਜਿਸ ਤਰ੍ਹਾਂ ਨਾਲ ਸਾਨੂੰ ਦੱਸੀ ਜਾਂਦੀ ਹੈ ਜੀ। ਤੇ ਤੁਸੀਂ 5 ਮਹੀਨੇ ਤੋਂ ਤੁਸੀਂ ਕਹਿੰਦੇ ਆ ਕਿ ਇੱਥੇ ਜਿਹੜਾ ਲਗਾਤਾਰ ਸਿਖਲਾਈ ਲੈ ਰਹੇ ਹੋ, ਓਕੇ, ਤੇ ਉਦੋਂ ਦਾ ਤੁਸੀਂ ਹੁਣ ਤੱਕ ਮਤਲਬ ਕਿਹੜੀਆਂ ਚੀਜ਼ਾਂ ਜਿਨ੍ਹਾਂ ਦੇ ਵਿੱਚ ਤੁਹਾਨੂੰ ਲੱਗਦਾ ਵੀ ਹਾਂ ਮੈਂ ਇਹਦੇ ਵਿੱਚ ਮਾਹਿਰ ਹੋ ਗਈ ਹਾਂ? ਹਾਂਜੀ ਮੈਡਮ, ਜਿਵੇਂ ਕਿ ਅਸੀਂ ਫਰਾਕ ਸੂਟ ਪਾਉਂਦੇ, ਤੁਹਾਨੂੰ ਪਤਾ ਹੈ ਅੱਜ ਕੱਲ੍ਹ ਕਲੀਆਂ ਵਾਲੇ ਸੂਟ ਸਾਰੇ ਬੈਕ ਨੈਕ ਸਾਰੇ ਡਿਜ਼ਾਈਨ ਅਸੀਂ ਖੁਦ ਡਿਜ਼ਾਈਨ ਕਰ ਲਈਦੇ। ਇੱਥੋਂ ਤੱਕ ਕਿ ਬਾਜੂ ਵੀ ਜਿਹੜੇ ਡਿਜ਼ਾਈਨਦਾਰ ਚੱਲਦੇ ਆ, ਅਸੀਂ ਇੱਥੋਂ ਕਿਸੇ ਨੂੰ ਦੇਖੀਏ ਵੀ ਨਾ ਵੀ ਉਸਨੇ ਇਸ ਤਰ੍ਹਾਂ ਦਾ ਸੂਟ ਪਾਇਆ, ਉਸ ਤਰ੍ਹਾਂ ਦਾ ਸੂਟ ਮੈਂ ਆਪਣੇ ਆਪ ਡਿਜ਼ਾਈਨ ਕਰ ਸਕਦੀ ਹਾਂ। ਇਹ ਮੈਂ ਸਭ ਨੂੰ ਕਹਿੰਦੀ ਆ ਵੀ ਸਾਰਿਆਂ ਨੂੰ ਸਿੱਖਣਾ ਚਾਹੀਦਾ ਆ। ਸਾਨੂੰ ਇੰਨੀ ਵੱਡੀ ਸਮਾਈ ਦੇਣੀ ਔਖੀ ਹੁੰਦੀ ਸੀਗੀ, ਹੁਣ ਅਸੀਂ ਆਪਣੇ ਆਪ ਸਾਰਾ ਕੁਝ ਸੀ ਸਕਦੇ ਹਾਂ। ਇੱਥੋਂ ਤੱਕ ਕਿ ਅਸੀਂ ਛੋਟੇ ਬੱਚਿਆਂ ਦੇ ਕੱਪੜੇ ਬਣਾਉਣੇ ਵੀ ਸਿੱਖੇ ਆ, ਬਿੱਬ ਵਗੈਰਾ ਸਾਰਾ ਕੁਝ ਅਸੀਂ ਬੱਚਿਆਂ ਲਈ ਵੀ ਬਣਾਉਂਦੇ ਆ। ਹਾਂਜੀ, ਤੇ ਹੋਰ ਬਾਕੀ ਲੋਕਾਂ ਨੂੰ ਜਿਨ੍ਹਾਂ ਨੇ ਵੀ ਸਾਨੂੰ ਕੋਈ ਕਹਿ ਵੀ ਦਿੰਦਾ ਨਾ ਵੀ ਤੁਸੀਂ ਸਾਨੂੰ ਬਣਾ ਕੇ ਦਿਓ, ਅਸੀਂ ਚੈਲੰਜ ਕਰ ਸਕਦੇ ਵੀ ਹਾਂ ਅਸੀਂ ਇਹ ਬਣਾ ਸਕਦੇ ਹਾਂ, ਅਸੀਂ ਉਸੇ ਤਰ੍ਹਾਂ ਦਾ ਹੀ ਤੁਹਾਨੂੰ ਬਣਾ ਕੇ ਦੇਵਾਂਗੇ। ਅਸੀਂ ਲਟਕਣ ਵਗੈਰਾ ਵੀ ਖੁਦ ਬਣਾ ਲੈਂਦੇ ਆ, ਉਹਨਾਂ ਨੂੰ ਅਟੈਚ ਕਰਨਾ ਸਾਰਾ ਕੁਝ ਅਸੀਂ ਆਪਣੇ ਆਪ ਹੀ ਕਰਦੇ। ਤੇ ਅਸੀਂ ਇੱਕ ਹੋਰ ਸਾਡੇ ਮੈਂਬਰ ਆ ਜਿਹੜੇ ਬੈਠੇ ਸਾਡੇ ਨਾਲ, ਉਹਨਾਂ ਨਾਲ ਗੱਲਬਾਤ ਕਰਾਂਗੇ। ਹਾਂਜੀ ਮੈਮ, ਤੁਹਾਡਾ ਨਾਮ ਜੀ? ਮੇਰਾ ਨਾਮ ਸੁਸ਼ਮਾ। ਅੱਛਾ ਜੀ। ਹਾਂਜੀ ਸੁਸ਼ਮਾ ਜੀ, ਤੁਸੀਂ ਕਦੋਂ ਤੋਂ ਜਿਹੜਾ ਇਹਦੇ ਨਾਲ ਜੁੜੇ ਹੋਏ ਹੋ? ਮੈਡਮ ਮੈਂ 5 ਸਾਲ ਤੋਂ ਜੁੜੀ ਹੋਈ ਹਾਂ ਗਰੁੱਪ ਦੇ ਨਾਲ, ਤੇ ਮੈਂ ਹੁਣ ਸਿਲਾਈ ਵੀ ਨਾਲ ਕਰ ਰਹੀ ਹਾਂ, ਇਹਨਾਂ ਦੇ ਨਾਲ ਸਿੱਖ ਰਹੀ। ਜਿਹੜਾ ਨਹੀਂ ਸਾਨੂੰ ਪਤਾ ਹੈਗਾ ਉਹ ਮੈਡਮ ਤੋਂ ਸਿੱਖਦੇ। ਓਕੇ। ਹਾਂਜੀ। ਤੇ ਜਿਵੇਂ ਕਿ ਮੈਂ ਦੇਖ ਰਹੀ ਆ ਕਿ ਕਰੋਸ਼ੀਆ ਸਿਲਾਈ ਇਹਦਾ ਵਰਕ ਵੀ ਤੁਸੀਂ ਕਰਦੇ ਆ ਨਾ, ਇਹ ਕੰਮ ਵੀ ਤੁਸੀਂ ਕਰਦੇ ਆ, ਤੇ ਜਿਹੜਾ ਇਹ ਇੱਥੇ ਹੀ ਰਹਿ ਕੇ ਕਰਦੇ ਜਾਂ ਤੁਸੀਂ ਘਰ ਵੀ ਲੈ ਜਾਂਦੇ ਆ ਕਿ ਹਾਂ ਵੀ ਹਾਂ ਮੈਂ ਆਪਣਾ ਉੱਥੇ ਜਾ ਕੇ ਕਰੂੰਗੀ, ਜਾਂ ਤੁਸੀਂ ਇੱਥੇ ਹੀ ਉਸ ਗਰੁੱਪ ਦੇ ਵਿੱਚ ਇੱਕ ਟਾਈਮਿੰਗ ਕੀਤੀ ਹੋਈ ਵੀ ਇੱਥੇ ਕਰਕੇ ਜਾਣਾ ਇੰਨਾ? ਨਹੀਂ ਮੈਡਮ, ਅਸੀਂ ਘਰ ਵੀ ਕਰ ਲਈਦਾ, ਇੱਥੇ ਆ ਕੇ ਵੀ ਕਰ ਲਈਦਾ। 2 ਵਜੇ ਤੱਕ ਅਸੀਂ ਇੱਥੇ ਰਹਿ ਜਾਈਦਾ, 10 ਤੋਂ 2 ਵਜੇ ਤੱਕ। 10 ਤੋਂ 2 ਵਜੇ ਤੱਕ ਜਿਹੜਾ ਪੱਕਾ ਇੱਕ ਟਾਈਮ ਹੈ ਇੱਥੇ ਦਾ? ਹਾਂਜੀ ਮੈਡਮ, ਪੱਕੇ ਰਹੀਦਾ ਇੱਥੇ ਜੀ। ਹਾਂਜੀ, 2 ਵਜੇ ਤੋਂ ਬਾਅਦ ਅਸੀਂ ਘਰ ਚਲ ਜਾਈਦਾ। ਬੱਚੇ ਸਾਡੇ ਪੜ੍ਹਦੇ ਸਕੂਲਾਂ ਵਿੱਚ, ਅਸੀਂ 2 ਵਜੇ ਛੁੱਟੀ ਹੁੰਦੀ ਫਿਰ ਚਲ ਜਾਈਦਾ। ਸਾਡੇ ਨਾਲ ਇੱਕ ਹੋਰ ਸਟੂਡੈਂਟ ਜਿਹੜੇ ਉਹ ਇੱਥੇ ਮੌਜੂਦ ਨੇ। ਹਾਂਜੀ, ਤੁਹਾਡਾ ਨਾਮ ਜੀ? ਮਨਪ੍ਰੀਤ। ਹਾਂਜੀ ਮਨਪ੍ਰੀਤ, ਤੁਸੀਂ ਸਾਨੂੰ ਦੱਸੋ ਕਿ ਇਹ ਪ੍ਰੈਕਟੀਕਲੀ ਆ, ਇਹ ਜਿੰਨਾ ਵੀ ਆ ਸਾਰਾ ਕੰਮ ਆ ਇਹ ਪ੍ਰੈਕਟੀਕਲੀ ਇੱਥੇ ਹੁੰਦਾ ਆ? ਇਹ ਤੋਂ ਇਲਾਵਾ ਕੀ ਤੁਹਾਨੂੰ ਲਿਖਤੀ ਤੌਰ ਤੇ ਵੀ ਇਹ ਚੀਜ਼ਾਂ ਸਿਖਾਈਆਂ ਜਾਂਦੀਆਂ? ਹਾਂਜੀ ਮੈਡਮ, ਇਹਨਾਂ ਬਾਰੇ ਸਾਨੂੰ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ। ਸਾਨੂੰ ਤੋਂ ਡਰਾਫਟਿੰਗ ਕਰਾਈ ਜਾਂਦੀ ਹੈ, ਸਾਨੂੰ ਲਿਖਤ 'ਚ ਵੀ ਬਹੁਤ ਕੁਝ ਦਿੱਤਾ ਜਾਂਦਾ ਹੈ, ਤਾਂ ਸਾਨੂੰ ਉਹਦੇ ਦੁਆਰਾ ਅਸੀਂ ਕਿਸੇ ਨੂੰ ਸਿਖਾ ਸਕਦੇ ਅੱਗੇ ਜਾ ਕਰ। ਤੁਸੀਂ ਕਿਹੜੀ ਚੀਜ਼ ਜਿਹੜੀ ਆ ਇੱਥੇ ਸਿੱਖੀ ਆ? ਮੈਡਮ ਮੈਂ ਹਰ ਇੱਕ ਚੀਜ਼ ਸਿੱਖੀ ਆ। ਮੈਨੂੰ ਮਤਲਬ ਕਿ ਜਦੋਂ ਮੈਂ ਆਈ ਸੀ ਮੈਨੂੰ ਸੂਈ 'ਚ ਧਾਗਾ ਵੀ ਨਹੀਂ ਪਾਉਣਾ ਆਉਂਦਾ ਸੀ, ਮੈਂ ਇੱਥੋਂ ਹੀ ਸਿੱਖੀ ਉਹ ਵੀ। ਹਾਂਜੀ। ਤੇ ਅੱਜ ਤੁਸੀਂ ਅੱਜ ਕੱਲ ਜਿਹੜਾ ਉਹ ਇਸ ਗਰੁੱਪ ਦੇ ਵਿੱਚੋਂ ਸਿੱਖ ਕੇ ਕਿਹੜੀ ਚੀਜ਼ ਜਿਹੜੀ ਤੁਸੀਂ ਆਪਣੀ ਨਿੱਜੀ ਤੌਰ ਤੇ ਕਰ ਰਹੇ ਹੋ? ਮੈਮ ਮੈਂ ਉੱਦਾਂ ਹੁਣ ਤਾਂ ਕਾਫੀ ਹੱਦ ਤੱਕ ਮੈਨੂੰ ਪਤਾ ਲੱਗ ਗਿਆ ਸਿਲਾਈ ਬਾਰੇ। ਪਹਿਲਾਂ ਮੈਨੂੰ ਮਸ਼ੀਨ ਦਾ ਮਤਲਬ ਕਿ ਕੁਝ ਵੀ ਨਹੀਂ ਪਤਾ ਸੀਗਾ। ਜਦੋਂ ਮੈਂ ਇੱਥੇ ਆਈ ਮੈਨੂੰ ਮਸ਼ੀਨ ਬਾਰੇ ਪਤਾ ਲੱਗਾ ਕਿ ਮਸ਼ੀਨ 'ਚ ਕੀ ਚੀਜ਼ ਹੈਗੀ ਆ, ਅਸੀਂ ਬਹੁਤ ਕੁਝ ਤਿਆਰ ਕਰ ਸਕਦੇ ਮਸ਼ੀਨ ਦੇ ਨਾਲ। ਕਹਿਣ ਦਾ ਮਤਲਬ ਕਿ ਜੇ ਸਾਡੇ ਹੱਥਾਂ ਦੇ ਵਿੱਚ ਹੁਨਰ ਆ ਤੇ ਸ਼ਾਇਦ ਜਿਹੜਾ ਅਸੀਂ ਕਿਸੇ ਤੇ ਨਿਰਭਰ ਉਹ ਨਹੀਂ ਹੋ ਸਕਦੇ। ਹਾਂਜੀ, ਮੇਰੇ ਹਿਸਾਬ ਨਾਲ ਤਾਂ ਹਰੇਕ ਲੇਡੀ ਨੂੰ ਇਹ ਕੰਮ ਕਰਨਾ ਚਾਹੀਦਾ ਆ, ਕਿਉਂਕਿ ਇਹਦੇ ਨਾਲ ਘਰ ਦੀ ਆਮਦਨ ਠੀਕ ਰਹਿੰਦੀ ਆ। ਨਾਲੇ ਘਰ 'ਚ ਜਿਹੜੇ ਲੜਾਈ ਝਗੜੇ ਹੁੰਦੇ ਜ਼ਿਆਦਾਤਰ ਪੈਸੇ ਪਿੱਛੇ ਹੀ ਹੁੰਦੇ ਨੇ। ਜੇ ਘਰ 'ਚ ਲੇਡੀ ਵੀ ਕਰੂੰਗੀ ਇਹ ਤਾਂ ਫਿਰ ਕੋਈ ਦਿੱਕਤ ਵਾਲੀ ਗੱਲ ਨਹੀਂ ਹੁੰਦੀ। ਹਾਂਜੀ, ਇਹ ਕੰਮ ਹਰੇਕ ਲੇਡੀ ਨੂੰ ਕੁੜੀ ਨੂੰ ਆਉਣਾ ਚਾਹੀਦਾ, ਖਾਸ ਕਰ ਪਿੰਡ 'ਚ ਜਿਹੜੇ ਹੋਣ, ਕਿਉਂਕਿ ਸ਼ਹਿਰਾਂ ਵਾਲੇ ਨੂੰ ਤਾਂ ਸੌਖਾ ਹੁੰਦਾ ਹੈ, ਪਿੰਡ ਵਾਲੇ ਨੂੰ ਬਹੁਤ ਔਖਾ ਹੋ ਜਾਂਦਾ ਹੈ। ਕਿਤੇ ਜਾਣਾ ਆਉਣਾ ਪੈ ਜੇ, ਜੇ ਕੋਈ ਪਿੰਡ ਦੀ ਨੂੰਹ ਹੈ ਉਹ ਘਰ ਤੋਂ ਬਾਹਰ ਇੰਨੀ ਨਹੀਂ ਜਾਂਦੀ ਤਾਂ ਉਹਨੂੰ ਘਰ ਕਿਸੇ ਦੇ ਜਾ ਕੇ ਬੈਠਣਾ ਪੈਂਦਾ, ਟਾਈਮ ਵੇਸਟ ਕਰਨਾ ਪੈਂਦਾ। ਸਵੈ ਸਹਾਇਤਾ ਸਮੂਹ ਦੇ ਸਾਰੇ ਮੈਂਬਰਾਂ ਦੇ ਨਾਲ ਗੱਲਬਾਤ ਕਰਕੇ ਜਿਹੜਾ ਆ ਉਹ ਬਹੁਤ ਵਧੀਆ ਲੱਗ ਰਿਹਾ ਹੈ, ਤੇ ਹਰ ਇੱਕ ਮੈਂਬਰ ਦਾ ਜਿਹੜਾ ਆਪੋ ਆਪਣਾ ਅਨੁਭਵ ਆ ਇਸ ਸਵੈ ਸਹਾਇਤਾ ਸਮੂਹ ਨੂੰ ਲੈ ਕੇ। ਸੋ ਇਸੇ ਤਰ੍ਹਾਂ ਇੱਕ ਹੋਰ ਮੈਂਬਰ ਸਾਡੇ ਨਾਲ ਮੌਜੂਦ ਨੇ। ਹਾਂਜੀ, ਤੁਹਾਡਾ ਨਾਮ ਮੈਮ? ਇੰਦੂਵਾਲਾ। ਅੱਛਾ ਜੀ। ਤੇ ਤੁਸੀਂ ਵੀ ਜਦੋਂ ਤੋਂ ਇਹ ਗਰੁੱਪ ਸ਼ੁਰੂ ਹੋਇਆ ਉਦੋਂ ਤੋਂ ਨਾਲ ਜੁੜੇ ਹੋ? ਹਾਂਜੀ। ਤੇ ਉਦੋਂ ਤੋਂ ਤੁਸੀਂ ਜਿਹੜਾ ਆ ਤੁਹਾਡੇ ਕੋਲ ਆਲਰੇਡੀ ਕੋਈ ਹੁਨਰ ਹੈਗਾ ਸੀ ਜਿਹਨੂੰ ਲੈ ਕੇ ਤੁਸੀਂ ਅੱਗੇ ਚੱਲੇ ਆ, ਜਾਂ ਤੁਸੀਂ ਇੱਥੋਂ ਆਣ ਕੇ ਸਿੱਖ ਕੇ ਕੁਝ ਸ਼ੁਰੂ ਕੀਤਾ? ਨਹੀਂ, ਮੈਨੂੰ ਪਹਿਲਾਂ ਹੀ ਕਰੋਸ਼ੀਆ ਸਿਲਾਈ ਕੱਪੜੇ ਵੀ ਸੀ ਲੈਂਦੀ ਆ, ਸਿਲਾਈ ਕਰੋਸ਼ੀਆ ਮਤਲਬ ਕਿ ਦਰੀ ਬਣਾਈ ਆ ਕਰੋਸ਼ੀਏ ਦੀ, ਤੇ ਆ ਡਬਲ ਬੈੱਡ ਦੀ ਚਾਦਰ ਬਣਾਈ, ਤੇ ਸਿਲਾਈਆਂ ਦਾ ਹਟਕਲੀਆ ਰੁਮਾਲ ਬਣਾਇਆ, ਕਰੋਸ਼ੀਏ ਦੇ ਰੁਮਾਲ, ਹੋਰ ਵੀ ਕਾਫੀ ਕੁਝ ਬਣਾਇਆ। ਕਹਿਣ ਦਾ ਭਾਵ ਕਿ ਤੁਸੀਂ ਇਹ ਚੀਜ਼ਾਂ ਸਿਖਾਉਣੇ ਵੀ ਆ ਇੱਥੇ? ਹਾਂਜੀ, ਕੁੜੀਆਂ ਕਹਿੰਦੀਆਂ ਵੀ ਸਿੱਖਣਾ, ਸਾਨੂੰ ਵੀ ਸਿਖਾਓ, ਤੇ ਸਿਖਾ ਵੀ ਦਿੰਦੇ ਆ।
ਸਵੈ ਸਹਾਇਤਾ ਸਮੂਹ ਦੇ ਨਾਲ ਗੱਲਬਾਤ ਕਰਦੇ ਹਾਂ, ਜਿਹੜਾ ਬਹੁਤ ਸਾਨੂੰ ਵੀ ਚੰਗਾ ਲੱਗਾ। ਤੇ ਅਖੀਰ ਦੇ ਵਿੱਚ ਅਸੀਂ ਮੈਡਮ ਹਰਭਜਨ ਕੌਰ ਜੀ ਦੇ ਕੋਲੋਂ ਪੁੱਛਣਾ ਚਾਹੁੰਦੇ ਹਾਂ ਕਿ ਉਹ ਇਸ ਸਮੂਹ ਨੂੰ ਹੋਰ ਅੱਗੇ ਲੈ ਕੇ ਜਾਣ ਵਾਸਤੇ ਜਾਂ ਇਹਦੇ ਵਿੱਚ ਵਾਧਾ ਕਰਨ ਵਾਸਤੇ ਜਿਹੜਾ ਉਹ ਕੀ ਜਿਹੜੀ ਆ ਉਹ ਮੰਗ ਕਰਦੇ ਆ। ਅਸੀਂ ਇਹੋ ਹੀ ਮੰਗ ਕਰਾਂਗੇ ਵਣ ਮੰਡਲ ਅੱਗੇ ਕਿ ਸਾਡੀ ਸੇਲ ਕਿਤੇ ਕੀਤੀ ਜਾਵੇ। ਔਰ ਇੱਕ ਮੈਂ ਗੱਲ ਹੋਰ ਕਰਾਂਗੀ ਕਿ ਸਾਡੀ ਜਿਹੜੀ ਮੈਡਮ ਆ ਸਿਲਾਈ ਸੈਂਟਰ, ਕਈਆਂ ਨੂੰ ਮਸ਼ੀਨ ਦਾ ਪਤਾ ਹੀ ਨਹੀਂ ਸੀ ਚਲਾਉਣ ਦਾ, ਉਹਨਾਂ ਨੇ ਬਹੁਤ ਹੀ ਸੁਚੱਜੇ ਤਰੀਕੇ ਨਾਲ ਬੱਚਿਆਂ ਨੂੰ ਸਿਲਾਈ ਸਿਖਾਈ ਆ। ਇਸ ਕਰਕੇ ਆਪਾਂ ਇਹ ਕਹਾਂਗੇ ਇਹਨਾਂ ਦੇ 6 ਮਹੀਨੇ ਹੋਰ ਵਧਾਏ ਜਾਣ, ਕਿਉਂਕਿ ਬੱਚਿਆਂ ਦੇ ਚੰਗੀ ਤਰ੍ਹਾਂ ਦਿਮਾਗ 'ਚ ਪੈ ਜਾਵੇ ਸਭ ਕੁਝ। ਸੋ ਸਾਡੇ ਨਾਲ ਮੈਡਮ ਰਜਿੰਦਰ ਕੌਰ ਜੀ ਵਣ ਵਿਭਾਗ ਤੋਂ ਜਿਹੜੇ ਉੱਥੇ ਮੌਜੂਦ ਨੇ। ਹਾਂਜੀ ਮੈਮ, ਤੁਸੀਂ ਜਾਂਦੇ ਜਾਂਦੇ ਕੀ ਸੰਦੇਸ਼ ਜਿਹੜਾ ਦੇਣਾ ਚਾਹੋਗੇ? ਮੈਂ ਮੈਮ ਵਣ ਵਿਭਾਗ ਵਿੱਚ ਪਿਛਲੇ 21 ਸਾਲ ਤੋਂ ਸਵੈ ਸਹਾਇਤਾ ਸਮੂਹ ਬਣਾਉਣ ਦਾ ਕੰਮ ਕਰ ਰਹੀ ਹਾਂ ਔਰ ਘਰੇਲੂ ਔਰਤਾਂ ਦੇ ਨਾਲ ਇੰਟਰੈਕਸ਼ਨ ਮੇਰੀ ਹੁੰਦੀ ਰਹਿੰਦੀ ਆ। ਅੱਜ ਮੈਨੂੰ ਬਹੁਤ ਖੁਸ਼ੀ ਆ ਕਿ ਬਹੁਤ ਸਾਰੇ ਸੈਲਫ ਹੈਲਪ ਗਰੁੱਪ ਦੇ ਮੈਂਬਰਸ ਜਿਹੜੇ ਮੇਰੇ ਆ ਉਹ ਕੋਈ ਪੰਚਾਇਤ ਮੈਂਬਰ ਬਣ ਗਿਆ ਹੈ, ਕੋਈ ਸਰਪੰਚ ਬਣ ਗਿਆ ਹੈ ਔਰ ਲੇਡੀਜ਼ ਦਾ ਜਿਹੜਾ ਬਹੁਤ ਜ਼ਿਆਦਾ ਸਸ਼ਕਤੀਕਰਨ ਹੋ ਗਿਆ ਔਰ 20 ਸਾਲ ਪਹਿਲਾਂ ਤੇ ਅੱਜ ਦੇ ਸਮੇਂ 'ਚ ਬਹੁਤ ਜ਼ਿਆਦਾ ਬਦਲਾਅ ਹੈ। ਔਰ ਮੇਰੀ ਜਿਹੜੀ ਇਹ ਕੋਸ਼ਿਸ਼ ਹੈ ਜਾਰੀ ਰਹੇਗੀ ਕਿ ਮੈਂ ਔਰਤਾਂ ਨੂੰ ਹਰ ਕੋਸ਼ਿਸ਼ ਅੱਗੇ ਲਿਆਉਣ 'ਚ ਕਰਾਂ ਜੀ। ਸੋ ਅੱਜ ਅਸੀਂ ਪਹੁੰਚੇ ਸੀ ਹੁਸ਼ਿਆਰਪੁਰ ਜ਼ਿਲ੍ਹਾ ਪਿੰਡ ਨਾਰਾ ਦੇ ਵਿੱਚ, ਜਿੱਥੇ ਆ ਕੇ ਅਸੀਂ ਸਵੈ ਸਹਾਇਤਾ ਸਮੂਹ ਦੇ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ, ਉਹਨਾਂ ਦੇ ਕਾਰਜਕਾਰੀ ਜਿਹੜਾ ਕੰਮਾਂਕਾਰਾਂ ਦੇ ਬਾਰੇ ਦੇ ਵਿੱਚ ਜਿਹੜੀ ਆ ਗੱਲਬਾਤ ਕੀਤੀ, ਉਹਨਾਂ ਦੇ ਨਾਲ ਵਿਚਾਰ ਸਾਂਝੇ ਕੀਤੇ, ਜਿਹੜਾ ਕਿ ਨਾਰੀ ਸਸ਼ਕਤੀਕਰਨ ਤੇ ਅਜੋਕੇ ਸਮਾਜ ਦੇ ਲਈ ਇੱਕ ਬਹੁਤ ਵੱਡਾ ਸੁਨੇਹਾ ਹੈ। ਦੋਸਤੋ, ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਇਹ ਸਾਡਾ ਪ੍ਰੋਗਰਾਮ ਜਿਹੜਾ ਉਹ ਬਹੁਤ ਪਸੰਦ ਆਇਆ ਹੋਵੇਗਾ। ਤੇ ਹੁਣ ਮੈਨੂੰ ਸੁਮਨਦੀਪ ਕੌਰ ਨੂੰ ਦਿਓ ਇਜਾਜ਼ਤ ਜੀ। ਧੰਨਵਾਦ।